ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਨ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਵਿਚਾਰ ਰਹੇ ਹਾਂ। ਸੋ ਆਪਾਂ ਇਹਨਾਂ ਘਟਨਾਵਾਂ ਨੂੰ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰਿਆ ਸੀ। ਮਹਾਰਾਣੀ ਜਿੰਦ ਕੌਰ, ਇਹਨਾਂ ਦੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਵਾਹਰ ਸਿੰਘ ਦਾ। ਉਸ ਤੋਂ ਬਾਅਦ ਲਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਲਾਹੌਰ ਦਰਬਾਰ ਦਾ। ਤੇਜਾ ਸਿੰਘ ਨੂੰ ਸੈਨਾਪਤੀ ਬਣਾ ਦਿੱਤਾ ਜਾਂਦਾ ਹੈ। ਇਸ ਸਮੇਂ ਦੇ ਦੌਰਾਨ ਜੋ ਅੰਗਰੇਜ਼ ਹਨ ਉਹ ਵੀ ਆਪਣੀ ਨਜ਼ਰ ਟਿਕਾ ਕੇ ਬੈਠੇ ਹੋਏ ਹਨ। ਉਹ ਵੀ ਇਸ ਤਰ੍ਹਾਂ ਦੇ ਸਮੇਂ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਅਸੀਂ ਸਿੱਖ ਰਾਜ ਦੇ ਉੱਪਰ ਆਪਣਾ ਕਬਜ਼ਾ ਕਰੀਏ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤੱਕ ਜਿੰਨਾ ਆਪਾਂ ਇਤਿਹਾਸ ਵਿਚਾਰਿਆ ਹੈ, ਆਪਾਂ ਇਹਨਾਂ ਗੱਲਾਂ ਨੂੰ ਵਿਚਾਰਿਆ ਕਿ ਕਿਵੇਂ ਲਾਹੌਰ ਦਰਬਾਰ ਦੀ ਘਰੋਗੀ ਲੜਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜੋ ਪਰਿਵਾਰ ਸੀ ਉਹ ਖਤਮ ਹੋਇਆ ਅਤੇ ਕੇਵਲ ਮਹਾਰਾਜਾ ਦਲੀਪ ਸਿੰਘ ਇੱਕ ਮਾਸੂਮ ਬੱਚਾ ਅਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ, ਇਹ ਕੇਵਲ ਦੋਵੇਂ ਹੀ ਮੈਂਬਰ ਜਿਉਂਦੇ ਹਨ। ਬਾਕੀ ਦਾ ਪਰਿਵਾਰ ਹੈ ਜੋ ਖਤਮ ਹੋ ਗਿਆ। ਡੋਗਰਿਆਂ ਨੇ ਚਾਲਾਂ ਚੱਲ ਕੇ ਕਿਵੇਂ ਪਰਿਵਾਰ ਨੂੰ ਖਤਮ ਕੀਤਾ, ਇਹ ਆਪਾਂ ਗੱਲਾਂ ਨੂੰ ਵਿਚਾਰਿਆ ਹੋਇਆ। ਸੋ ਹੁਣ ਤੱਕ ਜੋ ਅੰਗਰੇਜ਼ ਹਨ ਉਹ ਤਮਾਸ਼ਾ ਵੇਖਦੇ ਰਹੇ, ਕਿਉਂਕਿ ਜਿਹੜਾ ਕੰਮ ਉਹਨਾਂ ਨੇ ਆਪ ਕਰਨਾ ਸੀ ਉਹ ਲਾਹੌਰ ਦਰਬਾਰ ਦੇ ਵਿੱਚ ਡੋਗਰਿਆਂ ਨੇ ਕਰ ਦਿੱਤਾ। ਹੁਣ ਅੰਗਰੇਜ਼ ਇਸ ਉਡੀਕ ਦੇ ਵਿੱਚ ਹਨ ਕਿ ਕਦੋਂ ਮਾਹੌਲ ਬਣੇ ਅਸੀਂ ਸਿੱਖ ਰਾਜ 'ਤੇ ਆਪਣਾ ਕਬਜ਼ਾ ਕਰੀਏ। ਹੁਣ ਇਹਨਾਂ ਦੇ ਵੱਲੋਂ ਆਪਣੇ ਤੌਰ 'ਤੇ ਇਹਨਾਂ ਨੇ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ, ਉਸ ਤਰ੍ਹਾਂ ਦੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਦੇ ਕਾਰਨ ਸਿੱਖਾਂ ਦੇ ਨਾਲ ਜੰਗਾਂ ਕੀਤੀਆਂ ਜਾਣ ਅਤੇ ਸਿੱਖ ਰਾਜ ਨੂੰ ਆਪਣੇ ਰਾਜ ਦੇ ਵਿੱਚ ਮਿਲਾਇਆ ਜਾਵੇ। ਲਾਲ ਸਿਉਂ ਅਤੇ ਤੇਜਾ ਸਿਉਂ ਇਹ ਦੋਵੇਂ ਗਦਾਰ ਹਨ, ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਹੈ। ਗੁਲਾਬ ਸਿਉਂ ਨੇ ਅੰਗਰੇਜ਼ਾਂ ਨੂੰ ਲਾਹੌਰ ਦਰਬਾਰ ਦੇ ਗੁੱਝੇ ਭੇਤ ਦੱਸ ਦਿੱਤੇ ਹਨ। ਅੰਗਰੇਜ਼ਾਂ ਨੇ ਆਪਣੇ ਵੱਲੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜੋ
ਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਹੋਈ ਸੀ। ਸਤਲੁਜ ਦਰਿਆ ਨੂੰ ਹੱਦ ਮੰਨਿਆ ਗਿਆ ਸੀ ਤੇ ਲੁਧਿਆਣੇ ਦੇ ਵਿੱਚ ਜੋ ਫੌਜ ਰਹੇਗੀ ਉਹਦੀ ਗਿਣਤੀ 2500 ਹੋਵੇਗੀ। ਉਹ ਫੌਜ ਦੀ ਗਿਣਤੀ ਇਹਨਾਂ ਦੇ ਵੱਲੋਂ ਵੱਖ-ਵੱਖ ਸਮੇਂ 'ਤੇ ਵਧਾ ਦਿੱਤੀ ਗਈ ਤੇ 1845 ਈਸਵੀ ਤੱਕ ਲੁਧਿਆਣੇ ਦੇ ਵਿੱਚ ਜੋ ਅੰਗਰੇਜ਼ਾਂ ਦੀ ਫੌਜ ਆ ਉਹ 32,000 ਅਤੇ ਹਾਰਡਿੰਗ ਨੇ 64 ਤੋਪਾਂ ਇੱਥੇ ਤਾਇਨਾਤ ਕਰ ਦਿੱਤੀਆਂ ਗਈਆਂ। ਇਹ ਕਾਰਨ ਬਣਿਆ ਇੱਕ ਜੰਗ ਦਾ। ਕੁਝ ਕੁ ਕਾਰਨ ਬਣੇ ਹਨ ਜਿਸ ਕਰਕੇ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਜੰਗ ਕੀਤੀ। ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਹੈ ਵੀ ਇਹਨਾਂ ਨੇ ਸਰਹੱਦ 'ਤੇ ਜੋ ਫੌਜ ਹੈ ਉਹ 32,000 ਕਰ ਦਿੱਤੀ। ਇੱਕ ਕਾਰਨ ਇਹ ਵੀ ਬਣਿਆ ਜੋ ਭੰਗੀ ਮਿਸਲ ਦਾ ਮੁਖੀ ਸੀ ਧੰਨਾ ਸਿੰਘ, ਜਦੋਂ ਉਹ ਅਕਾਲ ਚਲਾਣਾ ਕਰ ਗਿਆ, ਉਸ ਮਿਸਲ ਦੀ ਮੁਖੀ ਬਣੀ ਉਹਦੇ ਘਰ ਵਾਲੀ ਲਛਮਣ ਕੌਰ। ਇਹਨਾਂ ਦੇ ਅੱਗੇ ਕੋਈ ਔਲਾਦ ਨਹੀਂ ਸੀ। ਜੋ ਇਹਨਾਂ ਦਾ ਇਲਾਕਾ ਸੀ, ਜਦੋਂ ਲਛਮਣ ਕੌਰ ਨੂੰ ਕੋਈ ਲੋੜ ਪੈਂਦੀ ਸਿੱਖ ਉਸ ਦੀ ਮਦਦ ਕਰਦੇ, ਉਸ ਦੀ ਹੈਲਪ ਕਰਦੇ। ਹੁਣ ਜਦੋਂ ਇਹਨਾਂ ਦੇ ਘਰ ਵਿੱਚ ਔਲਾਦ ਨਹੀਂ ਤੇ ਜਿਹੜਾ ਕੋਈ ਸੇਵਾ ਕਰਦਾ ਉਹੀ ਮਾਲਕ ਹੁੰਦਾ ਹੈ। ਜਦੋਂ ਲਛਮਣ ਕੌਰ ਵੀ ਚੜ੍ਹਾਈ ਕਰ ਗਈ, ਉਹਦਾ ਜਿਹੜਾ ਇਲਾਕਾ ਸੀ ਉੱਥੇ ਸਿੱਖਾਂ ਦਾ ਹੱਕ ਸੀ ਕਿ ਸਿੱਖ ਉਸ ਇਲਾਕੇ 'ਤੇ ਕਾਬਜ ਹੁੰਦੇ, ਪਰ ਅੰਗਰੇਜ਼ਾਂ ਨੇ ਉਹ ਇਲਾਕਾ ਆਪਣੇ ਵਿੱਚ ਮਿਲਾ ਲਿਆ। ਇੱਕ ਕਾਰਨ ਇਹ ਬਣਿਆ। ਲੁਧਿਆਣੇ ਦੇ ਨੇੜੇ ਵੀ ਜੋ ਸਿੱਖ ਰਾਜ ਦੇ ਇਲਾਕੇ ਸਨ, ਉਹਨਾਂ ਇਲਾਕਿਆਂ ਨੂੰ ਵੀ ਅੰਗਰੇਜ਼ਾਂ ਨੇ ਆਪਣੇ ਵਿੱਚ ਮਿਲਾ ਲਿਆ। ਜੋ ਬਰਾੜ ਫੁੱਟ ਉਸ ਸਮੇਂ ਦਾ ਉੱਥੇ ਮੁਲਾਜ਼ਮ ਹੈ, ਹਾਕਮ ਹੈ ਅੰਗਰੇਜ਼ਾਂ ਦਾ, ਉਸਨੇ ਉਹ ਇਲਾਕੇ ਆਪਣੇ ਵਿੱਚ ਮਿਲਾ ਲਏ, ਆਪਣੇ ਰਾਜ ਦੇ ਵਿੱਚ। ਜਦੋਂ ਸਿੱਖਾਂ ਨੇ ਜਵਾਬ ਮੰਗਿਆ ਵੀ ਤੁਸੀਂ ਸਾਡੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ, ਤੇ ਬਰਾੜ ਫੁੱਟ ਨੇ ਇਹ ਜਵਾਬ ਦਿੱਤਾ ਵੀ ਸਾਡੇ ਇਲਾਕੇ ਦੇ ਵਿੱਚ ਲੁਟੇਰੇ ਚੋਰੀ ਕਰਕੇ ਤੁਹਾਡੇ ਇਹਨਾਂ ਇਲਾਕਿਆਂ ਦੇ ਵਿੱਚ ਲੁਕ ਜਾਂਦੇ ਹੈ ਤੇ ਅਸੀਂ ਉਹਨਾਂ ਨੂੰ ਖਤਮ ਕਰਨ ਦੇ ਲਈ ਇੱਥੇ ਆਪਣਾ ਕਬਜ਼ਾ ਕੀਤਾ ਜਾਂ ਆਪਣੀ ਫੌਜ ਦੀ ਤਾਇਨਾਤੀ ਕੀਤੀ ਹੈ। ਇੱਕ ਕਾਰਨ ਹੋਰ ਬਣਿਆ। ਕੋਟਕਪੂਰੇ ਦੇ ਇਲਾਕੇ ਦੇ ਵਿੱਚ ਸਰਹੱਦ ਦੇ ਨੇੜੇ ਕੁਝ ਸਿੱਖ ਲੁਟੇਰਿਆਂ ਦਾ ਪਿੱਛਾ ਕਰਦੇ ਕਰਦੇ ਚਲੇ ਗਏ। ਉੱਥੇ ਜੋ ਅੰਗਰੇਜ਼ ਮੁਲਾਜ਼ਮ ਹੈ ਫੌਜ ਦਾ, ਉਸਨੇ ਸਿੱਖਾਂ ਨੂੰ ਕਹਿਆ ਵੀ ਤੁਸੀਂ ਸਾਡੇ ਇਲਾਕੇ ਦੇ ਵਿੱਚ ਆ ਗਏ ਹੋ, ਕਿਉਂ ਆਏ ਹੋ? ਸਿੱਖਾਂ ਨੇ ਕਹਿਆ ਵੀ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਆਏ, ਅਸੀਂ ਸਰਹੱਦ ਤੋਂ ਪਿੱਛੇ ਹਾਂ, ਅਸੀਂ ਆਪਣੇ ਇਲਾਕੇ ਦੇ ਵਿੱਚ ਹਾਂ। ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਾਡੇ ਇਲਾਕੇ ਦੇ ਵਿੱਚ ਆ ਗਏ? ਜਿਹੜਾ ਉਹ ਅੰਗਰੇਜ਼ ਆਫੀਸਰ ਹੈ ਉਹਨੇ ਸਿੱਖਾਂ ਨੂੰ ਕਹਿਆ ਵੀ ਤੁਸੀਂ ਸਾਡੇ ਅੱਗੇ ਬੋਲਦੇ ਹੋ। ਤੇ ਉਸ ਅੰਗਰੇਜ਼ ਆਫੀਸਰ ਦੇ ਕਹਿਣ 'ਤੇ ਜੋ ਉੱਥੇ ਅੰਗਰੇਜ਼ ਫੌਜ ਹੈ ਉਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਤੇ ਕੁਝ ਸਿੱਖ ਸ਼ਹੀਦ ਕਰ ਦਿੱਤੇ ਗਏ। ਇਹ ਕਾਰਨ ਬਣ ਗਏ ਇੰਨੇ ਕੁ ਜਿਨ੍ਹਾਂ ਦੇ ਕਰਕੇ ਸਿੱਖਾਂ ਨੇ ਸੋਚਿਆ ਵੀ ਸਾਨੂੰ ਅੰਗਰੇਜ਼ਾਂ ਦੇ ਨਾਲ ਜੰਗ ਕਰਨੀ ਚਾਹੀਦੀ ਹੈ। ਇਹ ਹਰ ਰੋਜ਼ ਵਧੀਕੀਆਂ ਕਰ ਰਹੇ ਹੈ, ਕਦੇ ਸਾਡੇ ਇਲਾਕਿਆਂ 'ਤੇ ਕਬਜ਼ਾ ਕਰ ਲੈਂਦੇ ਹੈ, ਕਦੇ ਸਰਹੱਦ 'ਤੇ ਸਾਡੀ ਫੌਜ ਦੇ ਬੰਦੇ ਮਾਰ ਦਿੰਦੇ ਹੈ, ਕਿਤੇ ਇਹ ਆਪਣੇ ਵਾਲੇ ਪਾਸੇ ਫੌਜ ਦੀ ਗਿਣਤੀ ਵਧਾ ਲੈਂਦੇ ਹੈ। ਜੋ ਸੰਧੀ ਹੋਈ ਹੈ ਉਹਦੇ ਮੁਤਾਬਕ ਇਹ ਸਰਹੱਦ 'ਤੇ ਇੰਨੀ ਫੌਜ ਨਹੀਂ ਰੱਖ ਸਕਦੇ। ਇਹ ਇੰਨੇ ਕਾਰਨ ਬਣ ਗਏ ਚਾਹੀਦੀ ਹੈ। ਦੋ ਕਾਰਨ ਹੋਰ ਸਨ ਜਿਨ੍ਹਾਂ ਦੇ ਕਰਕੇ ਜੰਗ ਹੋਈ। ਇੱਕ ਕਾਰਨ ਤਾਂ ਇਹ ਸੀ
ਸਤਲੁਜ ਦੇ ਕਿਨਾਰੇ ਤੇ ਸਤਲੁਜ ਨੂੰ ਸਰਹੱਦ ਮੰਨਿਆ ਗਿਆ ਸੀ। ਅੰਗਰੇਜ਼ਾਂ ਨੇ ਕੀ ਕੀਤਾ, ਆਪਣੀ ਵਾਲੀ ਸਾਈਡ ਤੇ ਉਸ ਸਮੇਂ ਤਕਰੀਬਨ ਬਹੁਤ ਜ਼ਿਆਦਾ ਬੇੜੇ, ਜੋ ਬੇੜੀਆਂ ਕਹਿ ਸਕਦੇ ਹਾਂ, ਦਰਿਆ ਨੂੰ ਪਾਰ ਕਰਨ ਦੇ ਲਈ ਉਹ ਲਿਆਂਦੀਆਂ ਗਈਆਂ। ਉਹ ਬੇੜੀਆਂ ਇਸ ਤਰ੍ਹਾਂ ਦੀਆਂ ਸਨ, ਵੇਖਣ ਨੂੰ ਉਹ ਬੇੜੀਆਂ ਨਹੀਂ ਸੀ ਲੱਗਦੀਆਂ, ਪਰ ਹੈ ਉਹ ਬੇੜੀਆਂ ਸੀ ਸਿੱਧੇ ਫੱਟਿਆਂ ਦੀਆਂ ਬਣਾਈਆਂ ਹੋਈਆਂ। ਉਹ ਫੱਟਿਆਂ ਦੇ ਰਾਹੀਂ, ਉਹ ਬੇੜੀਆਂ ਦੀ ਸਹਾਇਤਾ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪੁਲ ਵੀ ਬਣਾਇਆ ਜਾ ਸਕਦਾ ਸੀ ਤੇ ਉਹਦੇ ਰਾਹੀਂ ਪਾਰ ਵੀ ਕੀਤਾ ਜਾ ਸਕਦਾ ਸੀ ਸਤਲੁਜ ਦਰਿਆ। ਇਹ ਅੰਗਰੇਜ਼ਾਂ ਨੇ ਇਸ ਕਰਕੇ ਲਿਆ ਕੇ ਰੱਖੀਆਂ ਵੀ ਜਦੋਂ ਸਾਨੂੰ ਲੱਗਿਆ ਇਸ ਤਰ੍ਹਾਂ ਵੀ ਅਸੀਂ ਹੁਣ ਸਿੱਖ ਰਾਜ 'ਤੇ ਕਬਜ਼ਾ ਕਰ ਸਕਦੇ ਹਾਂ, ਸਾਨੂੰ ਦਰਿਆ ਪਾਰ ਕਰਨ ਦੇ ਵਿੱਚ ਮੁਸ਼ਕਲ ਨਾ ਆਵੇ। ਤੇ ਇੱਕ ਸਿੱਖਾਂ ਦੇ ਵੱਲੋਂ ਜੋ ਫਿਰੋਜ਼ਪੁਰ ਦੇ ਵਿੱਚ ਜੋ ਸਚੇਤ ਸਿਉ ਡੋਗਰਾ ਸੀ, ਉਹ ਸਿੱਖ ਰਾਜ ਦਾ 18 ਲੱਖ ਰੁਪਈਆ ਅੰਗਰੇਜ਼ਾਂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਆਇਆ ਸੀ। ਸਿੱਖਾਂ ਨੇ ਉਹ ਮੰਗਿਆ ਅੰਗਰੇਜ਼ਾਂ ਦੇ ਕੋਲੋਂ ਵੀ ਸਾਡਾ 18 ਲੱਖ ਰੁਪਈਆ ਵਾਪਸ ਕਰੋ। ਉਹ ਅੰਗਰੇਜ਼ਾਂ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਤੁਹਾਨੂੰ ਇਹ 18 ਲੱਖ ਦੇ ਵਿੱਚੋਂ ਇੱਕ ਪੰਜੀ ਨਹੀਂ ਦੇਵਾਂਗੇ। ਇਹ ਇੰਨੇ ਕਾਰਨ ਬਣ ਗਏ ਜਿਸ ਕਰਕੇ ਸਿੱਖਾਂ ਨੇ ਸੋਚਿਆ ਵੀ ਸਾਨੂੰ ਹੁਣ ਜੰਗ ਕਰਨੀ ਚਾਹੀਦੀ ਹੈ। ਤੇ ਇੱਕ ਮੀਟਿੰਗ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ। ਉੱਥੇ ਗੱਲਾਂ ਨੂੰ ਵਿਚਾਰਿਆ ਗਿਆ ਵੀ ਹਰ ਰੋਜ਼ ਸਾਨੂੰ ਉਹ ਜਲੀਲ ਕਰ ਰਹੇ ਹੈ, ਧੱਕਾ ਕਰ ਰਹੇ ਹੈ, ਸਾਡੇ ਇਲਾਕੇ ਨੂੰ ਆਪਣੇ ਵਿੱਚ ਰਲਾ ਰਹੇ ਹੈ, ਸਰਹੱਦ 'ਤੇ ਸਾਡੇ ਬੰਦਿਆਂ 'ਤੇ ਗੋਲੀ ਚਲਾ ਦਿੰਦੇ ਹੈ, 18 ਲੱਖ ਰੁਪਈਆ ਵਾਪਸ ਨਹੀਂ ਕੀਤਾ, ਸਾਨੂੰ ਜੰਗ ਕਰਨੀ ਚਾਹੀਦੀ ਹੈ। ਸ਼ਾਮ ਸਿੰਘ ਅਟਾਰੀ ਵਾਲਾ ਬਹੁਤ ਸੂਝਵਾਨ ਹੈ, ਬਹੁਤ ਵਧੀਆ ਯੋਧਾ ਹੈਗਾ, ਪਿਛਲੇਰੇ ਸਮੇਂ ਦੇ ਵਿੱਚ ਕਾਫੀ ਜੰਗਾਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ। ਇਸ ਨੇ ਇੱਥੇ ਉਸ ਸਮੇਂ ਦੇ ਜੋ ਮੁਖੀ ਹਨ, ਗੁਲਾਬ ਸਿਉ ਮੁੱਖ ਮੰਤਰੀ ਹੈ, ਤੇਜਾ ਸਿਉ ਸੈਨਾਪਤੀ ਹੈ, ਹੋਰ ਵੀ ਸਿੱਖ ਸਰਦਾਰ ਨੇ, ਉਹਨਾਂ ਨੂੰ ਕਹਿਆ ਵੀ ਜਿਸ ਤਰ੍ਹਾਂ ਦੇ ਲਾਹੌਰ ਦਰਬਾਰ ਦੇ ਹਾਲਾਤ ਨੇ, ਜੰਗ ਨਹੀਂ ਕਰਨੀ ਚਾਹੀਦੀ। ਲਾਹੌਰ ਦਰਬਾਰ ਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਬਣੇ ਹੋਏ ਆ ਵੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿਹੜਾ ਆਪਣਾ ਹੈ ਕਿਹੜਾ ਬੇਗਾਨਾ ਹੈ। ਘਰੋਗੀ ਲੜਾਈ ਦੇ ਵਿੱਚ ਅਸੀਂ ਆਪ ਖਤਮ ਹੋ ਗਏ, ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਖਤਮ ਹੋ ਗਿਆ, ਸਾਨੂੰ ਜੰਗ ਨਹੀਂ ਕਰਨੀ ਚਾਹੀਦੀ। ਪਰ ਜੋ ਲਾਲ ਸਿਉ ਡੋਗਰ ਹੈ, ਜੋ ਲਾਲ ਸਿਉ ਹੈ ਮੁੱਖ ਮੰਤਰੀ ਉਸ ਸਮੇਂ ਦਾ, ਉਹ ਉਸ ਸਮੇਂ ਤਕਰੀਰ ਕਰਦਾ ਵੀ ਨਹੀਂ ਸਾਨੂੰ ਜੰਗ ਕਰਨੀ ਚਾਹੀਦੀ ਹੈ, ਸਾਨੂੰ ਇਸ ਤਰ੍ਹਾਂ ਨਹੀਂ ਬੈਠਣਾ ਚਾਹੀਦਾ। ਉਹ ਆਪਣੇ ਵੱਲੋਂ ਬੜੀ ਵਧੀਆ ਤਕਰੀਰ ਕਰਦਾ ਸਿੱਖ ਫੌਜਾਂ ਦੇ ਵਿੱਚ, ਸਿੱਖ ਸਰਦਾਰਾਂ ਦੇ ਵਿੱਚ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹਾਂ, ਸਾਨੂੰ ਇਸ ਤਰ੍ਹਾਂ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ, ਦੁਸ਼ਮਣ ਦਾ ਜਵਾਬ ਦੇਣਾ ਚਾਹੀਦਾ, ਉਹਦੇ ਨਾਲ ਜੰਗ ਕਰਨੀ ਚਾਹੀਦੀ ਹੈ। ਸ਼ਾਮ ਸਿੰਘ ਅਟਾਰੀ ਵਾਲੇ ਦੀ ਗੱਲ ਨੂੰ ਸੁਣਿਆ ਨਹੀਂ ਗਿਆ। ਇਹ ਗੁਲਾਬ ਸਿਉ ਤੇ ਤੇਜਾ ਸਿਉ ਜੋ ਫੌਜ ਦਾ ਸੈਨਾਪਤੀ ਹੈ, ਇਹ ਨਹੀਂ ਮੰਨੇ ਕਿ ਸਾਨੂੰ ਜੰਗ ਕਰਨੀ ਚਾਹੀਦੀ ਹੈ। ਇਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਜੰਗ ਕਰਾਂਗੇ ਹੀ ਕਰਾਂਗੇ। 12 ਦਸੰਬਰ 1845 ਈਸਵੀ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ ਵੀ ਇਸ ਦਿਨ ਅਸੀਂ ਆਪਣੇ ਵੱਲੋਂ ਹਮਲਾ ਕਰਾਂਗੇ ਅੰਗਰੇਜ਼ ਫੌਜ 'ਤੇ। ਤੇ ਨਵੰਬਰ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਸੀ। ਹੁਣ ਦੂਸਰੇ ਪਾਸੇ ਜੋ ਇਹ ਲਾਲ ਸਿਉ ਹੈ ਜਾਂ ਤੇਜਾ ਸਿਉ ਹੈ, ਇਹ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਜੋ ਫਰਾਂਸ ਦਾ ਰਹਿਣ ਵਾਲਾ
ਜਿਸ ਦਾ ਨਾਮ ਨਿਕਸਨਲ ਹੈ, ਉਹ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਫੌਜ ਦੇ ਵਿੱਚ ਨੌਕਰੀ ਕਰਦਾ ਰਿਹਾ। ਜਦੋਂ ਉਸ ਨੂੰ ਪਤਾ ਲੱਗਿਆ ਵੀ ਹੁਣ ਲਾਹੌਰ ਦਰਬਾਰ ਦੇ ਵਿੱਚ ਘਰੋਗੀ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ਾਂ ਨੇ ਵੀ ਰਾਜ ਕਰ ਲੈਣਾ, ਇਹਨੇ ਸੋਚਿਆ ਵੀ ਹੁਣ ਆਪਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ, ਇੱਥੇ ਨਹੀਂ ਰੁਕਣਾ ਚਾਹੀਦਾ। ਤੇ ਇਹ ਜਾਂਦਾ ਹੋਇਆ ਅੰਗਰੇਜ਼ਾਂ ਨੂੰ ਲਾਹੌਰ ਦਰਬਾਰ ਦੇ ਗੁੱਝੇ ਭੇਤ ਦੱਸ ਕੇ ਗਿਆ, ਜੋ ਵੀ ਇਹਦੇ ਕੋਲ ਜਾਣਕਾਰੀ ਸੀ। ਤੇ ਲਾਲ ਸਿਉਂ ਤੇ ਤੇਜਾ ਸਿਉਂ ਦੀ ਅੰਗਰੇਜ਼ਾਂ ਦੇ ਨਾਲ ਮੀਟਿੰਗ ਕਰਵਾਈ। ਉਸ ਮੀਟਿੰਗ ਦੇ ਵਿੱਚ ਇਹ ਸਮਝੌਤਾ ਕੀਤਾ ਗਿਆ, ਲਾਲ ਸਿਉਂ ਤੇ ਤੇਜਾ ਸਿਉਂ ਕਹਿੰਦੇ ਵੀ ਅਸੀਂ ਗਦਾਰੀ ਤਾਂ ਕਰਾਂਗੇ, ਤੁਹਾਡਾ ਸਾਥ ਦੇਵਾਂਗੇ, ਸਿੱਖ ਰਾਜ ਤੇ ਤੁਹਾਡਾ ਕਬਜ਼ਾ ਹੋ ਜਾਵੇ, ਅਸੀਂ ਤੁਹਾਡੇ ਵੱਲ ਦੇ ਹੋਵਾਂਗੇ, ਪਰ ਜਦੋਂ ਤੁਹਾਡਾ ਰਾਜ ਹੋ ਗਿਆ ਪੰਜਾਬ ਦੇ ਉੱਪਰ ਤਾਂ ਸਾਨੂੰ ਵਜ਼ੀਰੀਆਂ ਮਿਲਣੀਆਂ ਚਾਹੀਦੀਆਂ, ਉੱਚੇ ਅਹੁਦੇ ਮਿਲਣੇ ਚਾਹੀਦੇ ਆ। ਹੁਣ ਇਹ ਸਮਝੌਤਾ ਵੀ ਹੋਇਆ ਤੇ ਦੂਸਰੇ ਪਾਸੇ ਜੋ ਲਾਲ ਸਿਉਂ ਤੇ ਤੇਜਾ ਸਿਉਂ ਹੈ, ਇਹ ਸਿੱਖ ਫੌਜਾਂ ਨੂੰ ਤਿਆਰ ਵੀ ਕਰ ਰਹੇ ਆ ਵੀ ਆਪਾਂ ਜੰਗ ਕਰਨੀ ਹੈ। ਇਹਨਾਂ ਨੇ ਤਾਂ ਗਦਾਰੀ ਹੀ ਕਰਨੀ ਹੈ, ਸਿੱਖ ਫੌਜਾਂ ਨੂੰ ਹਰਾਉਣਾ ਹੈਗਾ। ਅੰਗਰੇਜ਼ਾਂ ਨੇ ਆਪਣੇ ਵੱਲੋਂ ਤਿਆਰੀ ਕੀਤੀ। ਅੰਬਾਲੇ ਦੇ ਵਿੱਚ ਜੋ ਅੰਬਾਲੇ ਵਾਲੀ ਸਾਈਡ ਤੇ ਸਰਹੱਦ ਹੈ, ਉੱਥੇ ਹਿਊ ਗੱਫ ਇਹ ਅਫਸਰ ਹੈ ਅੰਗਰੇਜ਼ ਫੌਜ ਦਾ, ਇਹ ਉੱਥੇ ਤਾਇਨਾਤ ਹੈ। ਤੇ ਲੁਧਿਆਣੇ ਦੇ ਵਿੱਚ ਹਾਰਡਿੰਗ ਇਹ ਤਾਇਨਾਤ ਹੈਗਾ। ਇੱਥੇ 32,000 ਦੀ ਫੌਜ ਹੈ, 64 ਤੋਪਾਂ ਨੇ। ਫਿਰੋਜ਼ਪੁਰ ਦੇ ਵਿੱਚ ਜੋ ਆਫੀਸਰ ਹੈ ਫੌਜ ਦਾ, ਉਹਦਾ ਨਾਮ ਹੈ ਲਿਟਲਰ, ਇਹਦੇ ਕੋਲ 7,000 ਦੀ ਫੌਜ ਹੈ, ਕੁੱਲ 7,000। ਤੇ ਫਿਰੋਜ਼ਪੁਰ ਦੇ ਵਿੱਚ ਹੀ ਫਿਰੋਜ਼ਪੁਰ ਦੀ ਸੌਣੀ ਦੇ ਵਿੱਚ ਅੰਗਰੇਜ਼ਾਂ ਦਾ ਤਕਰੀਬਨ ਉਸ ਸਮੇਂ 40-45 ਲੱਖ ਰੁਪਈਆ ਪਿਆ ਹੈਗਾ। ਤੇ ਉੱਥੇ ਅਸਲਾ ਵੀ ਪਿਆ ਹੈਗਾ ਫਿਰੋਜ਼ਪੁਰ ਦੇ ਵਿੱਚ। ਇਹ ਇਹਨਾਂ ਦੀ ਫੌਜ ਹੈ ਜੋ ਵੱਖ-ਵੱਖ ਸਰਹੱਦਾਂ ਦੇ ਉੱਪਰ ਤਾਇਨਾਤ ਹੈ, ਪਰ ਫਿਰੋਜ਼ਪੁਰ ਦੇ ਵਿੱਚ ਘੱਟ ਫੌਜ ਹੈ, 7,000। ਤੇ ਲਿਟਰਲ ਇੱਥੋਂ ਦਾ ਆਫੀਸਰ ਹੈ ਅੰਗਰੇਜ਼ਾਂ ਦਾ। ਸਿੱਖਾਂ ਨੇ ਵਿਚਾਰ ਕੀਤੀ ਵੀ ਸਾਨੂੰ ਫਿਰੋਜ਼ਪੁਰ ਸਰਹੱਦ ਤੇ ਜੰਗ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਅੰਗਰੇਜ਼ਾਂ ਦੀ ਫੌਜ ਵੀ ਘੱਟ ਹੈ ਤੇ ਉੱਥੇ ਇਹਨਾਂ ਦਾ ਖਜ਼ਾਨਾ ਵੀ ਪਿਆ, ਉਹ ਲੁੱਟਿਆ ਜਾਵੇਗਾ, ਅਸਲਾ ਵੀ ਪਿਆ। ਇਸ ਤਰ੍ਹਾਂ ਸਾਰੀ ਵਿਚਾਰ ਕਰਕੇ ਜੋ ਸਿੱਖਾਂ ਦੀ ਗਿਣਤੀ ਹੈ ਫੌਜ ਦੀ, ਉਹ 11,000 ਹੈ ਤੇ 60 ਤੋਪਾਂ ਨੇ ਇਹਨਾਂ ਦੇ ਕੋਲ। ਇਹ ਫਿਰੋਜ਼ਪੁਰ ਵਾਲੇ ਪਾਸੇ, ਉਸ ਪਾਸੇ ਨੂੰ ਵੀ ਉੱਥੇ ਜਾ ਕੇ ਜੰਗ ਕਰਾਂਗੇ, ਉੱਥੇ ਸਾਨੂੰ ਜੰਗ ਦੇ ਵਿੱਚ ਜਿੱਤ ਹਾਸਲ ਹੋਵੇਗੀ। ਇਹ ਸਾਰਾ ਰਾਏ ਮਸ਼ਵਰਾ ਕਰਕੇ ਆਪਣੇ ਵੱਲੋਂ ਤਿਆਰੀ ਕਰਕੇ ਫਿਰੋਜ਼ਪੁਰ ਸਰਹੱਦ ਦੇ ਵੱਲ ਚੱਲ ਪਏ। ਲਾਲ ਸਿਉਂ ਇਹ ਅੰਗਰੇਜ਼ਾਂ ਨੂੰ ਇੱਕ ਸੁਨੇਹਾ ਭੇਜਦਾ ਵੀ ਅਸੀਂ ਫਿਰੋਜ਼ਪੁਰ ਤੇ ਹਮਲਾ ਕਰਾਂਗੇ। ਤੇ ਲਿਟਰਲ ਜਵਾਬ ਦੇ ਵਿੱਚ ਸੁਨੇਹਾ ਭੇਜਦਾ ਹੈ ਵੀ ਪਹਿਲਾਂ ਤੂੰ ਸਾਨੂੰ ਇਹ ਦੱਸ ਵੀ ਤੂੰ ਸਾਡੇ ਵੱਲ ਦਾ ਜਾਂ ਸਿੱਖਾਂ ਦੇ ਵੱਲ ਦਾ। ਜੇਕਰ ਤੂੰ ਸਾਡੇ ਵੱਲ ਦਾ ਤਾਂ ਸਿੱਖਾਂ ਨੂੰ ਰੋਕ, ਇੱਥੇ ਉਹ ਹਮਲਾ ਨਾ ਕਰਨ, ਕਿਉਂਕਿ ਜੇ ਉਹਨਾਂ ਨੇ ਇੱਥੇ ਹਮਲਾ ਕੀਤਾ ਸਾਡਾ ਨੁਕਸਾਨ ਹੋ ਜਾਣਾ, ਸਿੱਖਾਂ ਦੀ ਜਿੱਤ ਹੋ ਜਾਣੀ ਹੈ, ਉਹਨਾਂ ਨੇ ਸਾਡੇ ਖਜ਼ਾਨੇ ਨੂੰ ਵੀ ਲੁੱਟ ਲੈਣਾ ਤੇ ਅਸਲੇ ਨੂੰ ਵੀ ਲੁੱਟ ਲੈਣਾ। ਇੱਥੇ ਕਿਸੇ ਤਰੀਕੇ ਦੇ ਨਾਲ ਫੌਜ ਨੂੰ ਰੋਕਣਾ ਚਾਹੀਦਾ। ਤੇ ਲਾਲ ਸਿਉਂ ਨੇ ਕੀ ਕੀਤਾ, ਉਸ ਸਮੇਂ ਫੌਜ ਦੇ ਵਿੱਚ ਇੱਕ ਤਕਰੀਰ ਕੀਤੀ। ਜੋ ਸਿੱਖ ਫੌਜ ਹੈ, ਡੋਗਰਾ ਫੌਜ ਵੀ ਹੈ, ਮੁਸਲਮਾਨ ਵੀ ਫੌਜ ਦੇ ਵਿੱਚ ਭਰਤੀ ਨੇ, ਕੇਵਲ ਜੇਕਰ ਇਮਾਨਦਾਰ ਹਨ ਸਿੱਖ ਰਾਜ ਦੇ ਪ੍ਰਤੀ, ਉਹ ਕੇਵਲ ਸਿੱਖ ਹਨ। ਬਾਕੀ ਡੋਗਰਾ ਫੌਜ ਤੇ ਜੋ ਬਾਕੀ ਹੋਰ ਮਤਾਂ ਦੇ ਲੋਕ ਫੌਜੀ ਹਨ, ਉਹਨਾਂ ਨੂੰ ਸਿੱਖ ਰਾਜ ਨਾਲ ਕੋਈ ਲੈਣਾ ਦੇਣਾ ਨਹੀਂ।
ਉਹ ਤੇਜਾ ਸਿਉਂ ਤੇ ਜਾਂ ਲਾਲ ਸਿਉਂ ਇਹਨਾਂ ਦੀ ਅਗਵਾਈ ਦੇ ਵਿੱਚ ਚੱਲਦੇ ਹੈ ਤੇ ਇਹਨਾਂ ਦੀ ਹੀ ਗੱਲ ਮੰਨਦੇ ਹੈ। ਲਾਲ ਸਿਉਂ ਨੇ ਬੜੀ ਵਧੀਆ ਤਕਰੀਰ ਕੀਤੀ। ਮੈਂ ਪਹਿਲਾਂ ਵੀ ਇਹ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਵੀ ਜਿਹੜਾ ਠੱਗ ਬੰਦਾ ਹੁੰਦਾ ਉਹ ਜ਼ੁਬਾਨ ਦਾ ਬੜਾ ਮਿੱਠਾ ਹੁੰਦਾ, ਬੜੀਆਂ ਵਧੀਆ ਗੱਲਾਂ ਕਰਦਾ। ਵੱਡੇ ਵੱਡੇ ਸਿਆਣੇ ਸਿਆਣੇ ਲੋਕ ਠੱਗਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ। ਲਾਲ ਸਿਉਂ ਸਿੱਖ ਫੌਜ ਨੂੰ ਸੰਬੋਧਨ ਹੋ ਕੇ ਕਹਿਣ ਲੱਗਿਆ ਵੀ ਜੇ ਤੁਸੀਂ ਫਿਰੋਜ਼ਪੁਰ 'ਤੇ ਹਮਲਾ ਕੀਤਾ ਤੇ ਤੁਹਾਡੇ ਤਾਂ ਕਿਰਦਾਰ 'ਤੇ ਦਾਗ ਲੱਗ ਜਾਣਾ, ਤੁਹਾਡੇ ਕਿਰਦਾਰ 'ਤੇ ਦਾਗ ਲੱਗ ਜਾਣਾ। ਤੁਸੀਂ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਰੋਸਾਈ ਹੋਈ ਖਾਲਸਾ ਫੌਜ ਹੋ ਤੇ ਤੁਹਾਨੂੰ ਇੰਨੇ ਛੋਟੇ ਆਫੀਸਰ ਦੇ ਨਾਲ ਜੰਗ ਨਹੀਂ ਕਰਨੀ ਚਾਹੀਦੀ ਜਿਹਦੇ ਕੋਲ ਤਾਕਤ ਘੱਟ ਹੈ। ਜੇਕਰ ਤੁਸੀਂ ਮੁਦਕੀ ਦੇ ਵਿੱਚ ਜੰਗ ਕਰੋਗੇ, ਉੱਥੇ ਜੋ ਅੰਗਰੇਜ਼ਾਂ ਦਾ ਆਫੀਸਰ ਹੈ ਉਹ ਬਹੁਤ ਵੱਡਾ ਹੈ ਤੇ ਜਦੋਂ ਉਹ ਤੋਂ ਆਪਾਂ ਜੰਗ ਜਿੱਤਾਂਗੇ ਤੇ ਆਪਣਾ ਨਾਮ ਹੋਣਾ ਵੀ ਕਿੰਨੀ ਵੱਡੀ ਜੰਗ ਜਿੱਤੀ ਸਿੱਖਾਂ ਨੇ ਬਰਾਬਰ ਦੀ ਧਿਰ ਦੇ ਨਾਲ ਜੰਗ ਕਰਕੇ। ਹੁਣ ਇੱਥੇ ਆਪਣੇ ਕੋਲੇ 60 ਤੋਪਾਂ, 11,000 ਫੌਜ ਹੈ। ਫਿਰੋਜ਼ਪੁਰ ਦੇ ਵਿੱਚ ਤਾਂ ਉਹਨਾਂ ਦੀ ਫੌਜ ਹੀ ਥੋੜ੍ਹੀ ਹੈ, ਛੋਟਾ ਜਿਹਾ ਮੁਲਾਜ਼ਮ ਹੈ, ਉਹਨੂੰ ਜਿੱਤਣਾ ਕੋਈ ਔਖੀ ਗੱਲ ਨਹੀਂ ਤੇ ਆਪਣੇ ਕਿਰਦਾਰ 'ਤੇ ਦਾਗ ਲੱਗ ਜਾਣਾ। ਇਤਿਹਾਸ ਦੇ ਵਿੱਚ ਵੀ ਸਿੱਖ ਜ਼ਿਆਦਾ ਸੀ ਗਿਣਤੀ ਦੇ ਵਿੱਚ ਤਾਂ ਜੰਗ ਜਿੱਤ ਗਏ। ਆਪਾਂ ਨੂੰ ਕੋਈ ਵੱਡੇ ਆਫੀਸਰ ਨਾਲ ਜੰਗ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਤਕਰੀਰ ਕਰਕੇ ਫਿਰੋਜ਼ਪੁਰ 'ਤੇ ਹਮਲਾ ਕਰਨ ਦੀ ਬਜਾਏ ਮੁਦਕੀ ਵਿਖੇ ਚਲੇ ਗਏ, ਜਿੱਥੇ ਫੌਜ ਦੀ ਗਿਣਤੀ ਜ਼ਿਆਦਾ ਉਹਨਾਂ ਦੀ, ਜਿੱਥੇ ਉਹਨਾਂ ਕੋਲ ਅਸਲਾ ਜ਼ਿਆਦਾ ਹੈ, ਉਹਨਾਂ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਹੋਇਆ ਤੇ ਮੁਦਕੀ ਦਾ ਇਲਾਕਾ ਇਹੋ ਜਿਹਾ ਰੇਗਿਸਤਾਨ, ਉੱਥੇ ਸੜਕੜ ਹੈ, ਹੋਰ ਕੁਝ ਵੀ ਨਹੀਂ ਹੈ। ਉੱਥੇ 12 ਦਸੰਬਰ 1845 ਨੂੰ ਅੰਗਰੇਜ਼ਾਂ ਦੇ ਨਾਲ ਸਿੱਖਾਂ ਨੇ ਮੁਦਕੀ ਦਾ ਜੰਗ ਕੀਤਾ। ਉਸ ਜੰਗ ਦੇ ਦੌਰਾਨ ਜਿਹੜੇ ਸਿੱਖ ਹਨ ਉਹ ਬੜੀ ਜਾਨ ਹੂਲ ਕੇ ਲੜੇ, ਸਿੱਖ ਰਾਜ ਦੇ ਪ੍ਰਤੀ ਵਫਾਦਾਰ ਸਨ। ਸਿੱਖ ਗਿਣਤੀ ਦੇ ਵਿੱਚ ਘੱਟ ਹਨ, ਅੰਗਰੇਜ਼ਾਂ ਦੀ ਫੌਜ ਜ਼ਿਆਦਾ ਹੈ, ਪਰ ਜੋ ਸਿੱਖ ਫੌਜ ਹੈ ਨਾ ਉਹ ਬਹੁਤ ਬਹਾਦਰੀ ਦੇ ਨਾਲ ਲੜ ਰਹੀ ਹੈ, ਉਹਨਾਂ ਨੂੰ ਪਿਛਾਂਹ ਧੱਕ ਕੇ ਲੈ ਗਈ। ਮੁਦਕੀ ਦੇ ਵਿੱਚ ਅੰਗਰੇਜ਼ਾਂ ਦੀ ਹਾਰ ਹੋ ਰਹੀ ਹੈ, ਸਿੱਖ ਜਿੱਤ ਰਹੇ ਹੈ, ਸਿੱਖ ਇਮਾਨਦਾਰੀ ਦੇ ਨਾਲ ਲੜ ਰਹੇ ਹੈ। ਲਾਲ ਸਿਉਂ ਨੇ ਵੇਖਿਆ ਵੀ ਜੇ ਇਸੇ ਤਰ੍ਹਾਂ ਜੰਗ ਚੱਲਦੀ ਰਹੀ ਸਿੱਖਾਂ ਨੇ ਜਿੱਤ ਜਾਣਾ। ਇਹਨੇ ਕੀ ਕੀਤਾ, ਉਸ ਸਮੇਂ ਤਕਰੀਰ ਕੀਤੀ ਲਾਲ ਸਿਉਂ ਨੇ। ਡੋਗਰਾ ਫੌਜ ਅਤੇ ਜੋ ਮੁਸਲਮਾਨ ਸਿਪਾਹੀ ਹਨ ਉਹਨਾਂ ਨੂੰ ਕਹਿ ਦਿੱਤਾ ਵੀ ਆਪਾਂ ਨੂੰ ਦੌੜ ਜਾਣਾ ਚਾਹੀਦਾ, ਆਪਾਂ ਜੰਗ ਹਾਰਾਂਗੇ, ਆਪਣਾ ਨੁਕਸਾਨ ਹੋਣਾ। ਇਹ ਲਾਲ ਸਿਉਂ ਤੇਜਾ ਸਿਉਂ ਸੈਨਾਪਤੀ ਹੈ ਫੌਜ ਦਾ, ਇਹਨੇ ਤਾਂ ਫੌਜ ਹੀ ਨਹੀਂ ਭੇਜੀ ਆਪਣੇ ਹਿੱਸੇ ਦੀ ਇਸ ਜੰਗ ਦੇ ਵਿੱਚ। ਤੇ ਲਾਲ ਸਿਉਂ ਦੀ ਅਗਵਾਈ ਦੇ ਵਿੱਚ ਜਿਹੜੀ ਡੋਗਰਾ ਫੌਜ ਸੀ ਅਤੇ ਮੁਸਲਮਾਨ ਵੀਰ ਸਨ ਉਹ ਇਹਦੇ ਨਾਲ ਦੌੜ ਆਏ, ਵਾਪਸ ਆ ਗਏ ਜੰਗ ਦੇ ਵਿੱਚੋਂ। ਜੋਬਨ ਤੇ ਜੰਗ ਲੜੀ ਜਾ ਰਹੀ ਹੈ, ਲਾਲ ਸਿਉਂ ਨੇ ਐਵੇਂ ਅਫਵਾਹ ਫੈਲਾ ਦਿੱਤੀ ਆਪਣਾ ਨੁਕਸਾਨ ਹੋਣਾ, ਆਪਾਂ ਹਾਰ ਜਾਣਾ ਹੈਗਾ, ਆਪਾਂ ਨੂੰ ਆਪਣੀ ਜਾਨ ਬਚਾਉਣੀ ਚਾਹੀਦੀ ਹੈ, ਦੌੜ ਜਾਣਾ ਚਾਹੀਦਾ। ਇਹ ਆਪਣੀ ਫੌਜ ਲੈ ਕੇ ਦੌੜ ਆਇਆ, ਕੇਵਲ ਸਿੱਖ ਰਹਿ ਗਏ। ਸਿੱਖਾਂ ਦਾ ਕੋਈ ਵੀ ਆਗੂ ਨਹੀਂ ਹੈ ਸਿੱਖ ਫੌਜ ਦਾ, ਪਰ ਸਿੱਖ ਫੇਰ ਵੀ ਬਹਾਦਰੀ ਦੇ ਨਾਲ ਲੜੇ। ਇਹ ਰਾਤ ਨੂੰ ਵੀ ਜੰਗ ਹੁੰਦੀ ਰਹੀ, ਰਾਤ ਨੂੰ ਵੀ ਜੰਗ ਹੋਈ। ਆਖਰ ਜਦੋਂ ਸਿੱਖ ਗਿਣਤੀ ਦੇ ਵਿੱਚ ਬਹੁਤ ਥੋੜ੍ਹੇ ਸਨ, ਇਹਨਾਂ ਦੇ ਨਾਲ ਦੇ ਵੀ ਭੱਜੇ ਆਏ, ਅੰਗਰੇਜ਼ਾਂ ਦੀ ਇਸ ਜੰਗ ਦੇ ਵਿੱਚ ਜਿੱਤ ਹੋਈ ਤੇ ਸਿੱਖ ਪਹਿਲੀ ਵਾਰ ਜੰਗ ਹਾਰ ਗਏ। ਜਿਹੜੇ ਕਦੇ ਕਾਬਲ ਕੰਧਾਰ ਤੱਕ ਇੱਥੋਂ ਤੱਕ ਇਲਾਕੇ ਮੱਲ ਕੇ ਆਏ ਸੀਗੇ, ਅਟਕ ਤੱਕ ਕਬਜ਼ਾ ਕੀਤਾ ਹੋਇਆ ਸੀ, ਉਹ ਸਿੱਖ ਫੌਜ ਇੱਕ ਚੰਗੇ ਆਗੂ ਤੋਂ ਬਗੈਰ ਗਿਣਤੀ ਦੇ ਵਿੱਚ ਥੋੜ੍ਹੀ ਹੋਣ ਕਰਕੇ ਅੰਗਰੇਜ਼ਾਂ ਦੇ ਕੋਲੋਂ ਇਹ ਜੋ ਪਹਿਲੀ ਜੰਗ ਕੀਤੀ ਮੁਦਕੀ ਦੀ, ਇਹ ਹਾਰ ਗਈ। ਸਿੱਖ ਜਿਹੜੇ ਜ਼ਖਮੀ ਹੋਏ ਸਨ ਇਸ ਫੌਜ ਦੇ ਇਸ ਜੰਗ ਦੇ ਦੌਰਾਨ, ਉਹਨਾਂ ਨੂੰ ਅੰਗਰੇਜ਼ ਫੌਜਾਂ ਨੇ ਸੰਗੀਨਾ ਮਾਰ ਮਾਰ ਕੇ ਕਤਲ ਕਰ ਦਿੱਤਾ।
ਸਿੱਖ ਇਹ ਜੰਗ ਹਾਰ ਗਏ। ਦੂਸਰੇ ਦਿਨ ਉੱਥੇ ਕੇਵਲ ਸਿੱਖਾਂ ਦੀਆਂ ਲਵਾਰਸ ਲਾਸ਼ਾਂ ਪਈਆਂ ਨੇ, ਹੋਰ ਕੁਝ ਵੀ ਨਹੀਂ ਹੈ। ਅੰਗਰੇਜ਼ਾਂ ਦੀ ਜਿੱਤ ਹੋਈ। ਲੇਕਿਨ ਬਾਅਦ ਦੇ ਵਿੱਚ ਜੋ ਅੰਗਰੇਜ਼ ਆਫੀਸਰ ਸਨ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ। ਇੱਕ ਸਮਿਥ ਹੋਇਆ, ਇਹ ਵੀ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਮੁਲਾਜ਼ਮ ਸੀ। ਇੱਕ ਕਨਿੰਗਮ ਹੋਇਆ। ਕਨਿੰਗਮ ਦਾ ਇਤਿਹਾਸ ਤਾਂ ਬਹੁਤ ਪੜ੍ਹਿਆ ਜਾਂਦਾ ਹੈ, ਸਿੱਖਾਂ ਦੇ ਵਿੱਚ ਪੰਜਾਬੀ ਦੇ ਵਿੱਚ ਕਿਤਾਬਾਂ ਮਿਲਦੀਆਂ। ਉਹਦੇ ਵੱਲੋਂ ਵੀ ਇਤਿਹਾਸ ਲਿਖਿਆ ਗਿਆ। ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਵੀ ਜੇ ਸਿੱਖ ਫਿਰੋਜ਼ਪੁਰ 'ਤੇ ਹਮਲਾ ਕਰਦੇ, ਉਹਨਾਂ ਨੇ ਸਾਡਾ 40-45 ਲੱਖ ਰੁਪਈਆ ਵੀ ਲੁੱਟ ਲੈਣਾ ਸੀ, ਸਾਡਾ ਅਸਲਾ ਵੀ ਲੁੱਟ ਲੈਣਾ ਸੀ, ਅਤੇ ਉਹ ਕਿੱਥੋਂ ਤੱਕ ਵੀ ਆਪਣਾ ਕਬਜ਼ਾ ਕਰ ਸਕਦੇ ਸੀ ਜਿੱਥੋਂ ਤੱਕ ਉਹ ਚਾਹੁੰਦੇ। ਉਹਨਾਂ ਨੂੰ ਕੋਈ ਰੋਕਣ ਵਾਲੇ ਨਹੀਂ ਸੀ। ਉਹ ਆਪਣੇ ਜੋ ਖਾਲਸਾਈ ਨਿਸ਼ਾਨ ਹੈ ਸਾਡੇ ਇਲਾਕੇ ਦੇ ਵਿੱਚ ਜਿੱਥੋਂ ਤੱਕ ਚਾਹੁੰਦੇ ਉੱਥੋਂ ਤੱਕ ਜਾ ਕੇ ਝੁਲਾ ਸਕਦੇ ਸੀ, ਕਿਉਂਕਿ ਸਾਡਾ ਅਸਲਾ ਅਤੇ ਸਾਡਾ ਧਨ ਦੌਲਤ ਫਿਰੋਜ਼ਪੁਰ ਸੌਣੀ ਦੇ ਵਿੱਚ ਸੀ ਅਤੇ ਉੱਥੇ ਸਾਡੀ ਤਾਕਤ ਵੀ ਘੱਟ ਸੀ। ਅਤੇ ਨਾਲ ਇਹਨਾਂ ਨੇ ਇਹ ਵੀ ਜ਼ਿਕਰ ਕੀਤਾ, ਮੁਦਕੀ ਦੀ ਜੰਗ ਭਾਵੇਂ ਅਸੀਂ ਜਿੱਤ ਗਏ ਹਾਂ, ਇਹ ਕੋਈ ਬਹਾਦਰੀ ਦੇ ਨਾਲ ਜੰਗ ਨਹੀਂ ਅਸੀਂ ਜਿੱਤੇ। ਜੇ ਅਸੀਂ ਕਹੀਏ ਵੀ ਬਹਾਦਰੀ ਦੇ ਨਾਲ ਅਸੀਂ ਲੜ ਕੇ ਜੰਗ ਜਿੱਤੀ ਹੈ, ਨਾ, ਬਿਲਕੁਲ ਨਹੀਂ। ਜੇਕਰ ਅਸੀਂ ਇਹ ਜੰਗ ਜਿੱਤੀ ਹੈ ਤਾਂ ਇਹ ਲਾਲ ਸਿਉਂ, ਸੁਚੇਤ ਸਿਉਂ ਜੋ ਗਦਾਰ ਹਨ, ਇਹਨਾਂ ਦੇ ਕਰਕੇ ਜੰਗ ਜਿੱਤੀ ਹੈ ਅਸੀਂ। ਉਂਝ ਅਸੀਂ ਸਿੱਖਾਂ ਤੋਂ ਜੰਗ ਨਹੀਂ ਜਿੱਤ ਸਕਦੇ ਸੀ। ਅਤੇ ਕਨਿੰਗਮ ਅਤੇ ਸਮਿਥ ਆਪਣੀ ਕਿਤਾਬ ਵਿੱਚ ਲਿਖਦੇ ਹੈ ਵੀ ਜਿੰਨੀਆਂ ਅਸੀਂ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਜੰਗਾਂ ਕੀਤੀਆਂ ਸੀ ਹੋਰ ਕੌਮਾਂ ਦੇ ਨਾਲ, ਸਾਰਿਆਂ ਤੋਂ ਜ਼ਿਆਦਾ ਇਹ ਭਿਆਨਕ ਜੰਗ ਸੀ। ਜਿਹੜੀ ਰਾਤ ਨੂੰ ਜੰਗ ਲੜੀ ਗਈ ਹੈ, ਇਹ ਰਾਤ ਅਸੀਂ ਮਸਾਂ ਹੀ ਲੰਘਾਈ ਹੈ ਡਰ ਡਰ ਕੇ, ਵੀ ਇੰਨੀ ਭਿਆਨਕ ਰਾਤ ਸੀ ਸਾਡੀ ਜ਼ਿੰਦਗੀ ਦੇ ਵਿੱਚ। ਸਮਿਥ ਕਹਿੰਦਾ ਵੀ ਹੋਰ ਜੰਗਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਵੇਖੇ। ਇੱਥੇ ਸਾਡਾ ਬਹੁਤ ਨੁਕਸਾਨ ਹੋਇਆ ਅਤੇ ਨੁਕਸਾਨ ਹੋਣਾ ਵੀ ਸੀ ਜੇਕਰ ਗਦਾਰ ਨਾ ਹੁੰਦੇ। ਅਤੇ ਅਸੀਂ ਇਹ ਕੋਈ ਬਹਾਦਰੀ ਨਾਲ ਜੰਗ ਨਹੀਂ ਜਿੱਤੀ, ਇਹ ਗਦਾਰਾਂ ਦੇ ਕਰਕੇ ਅਸੀਂ ਜੰਗ ਜਿੱਤੀ ਹੈ। ਜੇ ਗੁਲਾਬ ਸਿਉਂ ਲਾਲ ਸਿਉਂ ਆਪਣੀ ਫੌਜ ਲੈ ਕੇ ਵਾਪਸ ਨਾ ਹੁੰਦਾ ਅਤੇ ਸਿੱਖ ਇਹ ਮੁਦਕੀ ਦੀ ਜੰਗ ਵੀ ਜਿੱਤਦੇ ਅਤੇ ਉਹ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਡੇ ਇਲਾਕੇ 'ਤੇ ਕਬਜ਼ਾ ਵੀ ਕਰ ਸਕਦੇ ਸੀ। ਇਹ ਜੰਗ 12 ਦਸੰਬਰ 1845 ਈਸਵੀ ਨੂੰ ਲੜੀ ਗਈ ਹੈ, ਜੋ ਸਿੱਖ ਹਾਰ ਗਏ ਹਨ। ਇਹ ਲਾਲ ਸਿਉਂ ਅਤੇ ਜੋ ਤੇਜਾ ਸਿਉਂ ਹੈ, ਇਹਨਾਂ ਨੇ ਕਾਫੀ ਗਦਾਰੀਆਂ ਕਰਨੀਆਂ। ਅੱਗੇ ਫੇਰੂ ਦੀ ਜੰਗ ਹੈ, ਉਹਦੇ ਵਿੱਚ ਵੀ ਇਹ ਗਦਾਰੀ ਕਰਨਗੇ। ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸੋ ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।